सतनाम वाहिगुरु साहिब जी। बिलावल गृह तज बन खंड जाइए, चुन खाइए कंदा। अजहूं बेकार न छोड़ई, पापी मन मंदा। गृह तज बन खंड जाइए, चुन खाइए कंदा। अजहूं बेकार न छोड़ई, पापी मन मंदा। क्यों छूटों कैसे तरों, भव जल निध भारी। राख राख मेरे बीठुला, जन शरण तुम्हारी। रहाओ बिखै बिखै की बासना, तजी न जाई। अनक जतन कर राखिए, फिर लपटाई। जरा जीवन जो बन गया, किछ किया नानिका। एह जियरा निर्मोल को, कौडी लग मीका। कहो कबीर मेरे माधवा, तू सर्व व्यापी। तुम समसर नाही दयाल, मोहि समसर पापी। कहो कबीर मेरे माधवा, तू सर्व व्यापी। तुम समसर नाही दयाल, मोहि समसर पापी। वाहिगुरु जी का खालसा, वाहिगुरु जी की फतेह। जुगो जुगा टाल चबर छतर तख्त दे मालक सतगुरु गुरु ग्रंथ साहिब महाराज जिन्हां दी मुबारक बरकतमई पावन हजूरी अंदर जुड़ मिल एकत्र होए गुरु सवारे गुरु प्यारे सत्संगी जन वडभागे हो। गुरु महाराज जी दी मुबारक हजूरी अंदर बैठ के सारियां ने तरला लिया है, दर मांदी ठाडी दरबार। तुझ बिन सुरत करे को मेरी, दर्शन दीजै खोल के वार। कृपा करो पावन मुखवाक राही सानू अपने दर्शन दीदारे बख्शो, ताजो असी जिथे इस दिन की शुरुआत की है, इस दिन नूं सफल बनाउण वास्ते उत्थे साडी जिंदगी भी सवर जावे। जिंदगी नूं सवारन वास्ते एक सिक्ख्या ही बहुत है।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਹਰ ਇੱਕ ਅੰਗ ਸਾਨੂੰ ਜਿਹੜਾ ਹੈ ਸਿੱਖਿਆ ਦਿੰਦਾ ਹੈ। ਹਰ ਇੱਕ ਬਚਨ, ਹਰ ਇੱਕ ਸ਼ਬਦ, ਹਰ ਇੱਕ ਅੱਖਰ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਇਸੇ ਪ੍ਰਥਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਬਹੁਤਾ ਨਹੀਂ, ਕਿਣਕਾ ਮਾਤਰੀ ਵਸਾ ਲੈ ਆਪਣੇ ਹਿਰਦੇ ਵਿੱਚ, ਤੇ ਵੇਖੀ ਗੁਰੂ ਪਰਮਾਤਮਾ ਦੀ ਕਿਰਪਾ ਸੰਸਾਰ ਦੇ ਅੰਦਰ ਪ੍ਰਸਿੱਧੀ ਐਸੀ ਹੋਏਗੀ ਕਿ ਤੇਰੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੋ ਸਕੇਗਾ। ਬਚਨ ਆਪ ਜੀ ਨੂੰ ਚੇਤੇ ਹੈ, ਕਿਨਕਾ ਏਕ ਜਿਸ ਜੀ ਵਸਾਵੇ, ਤਾਕੀ ਮਹਿਮਾ ਗਨੀ ਨ ਆਵੇ। ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਇੰਨੀ ਵਡਿਆਈ ਮਾਲਕ ਬਖਸ਼ਦਾ ਹੈ। ਸੋ ਅਸੀਂ ਰੋਜ਼ਾਨਾ ਯਤਨ ਕਰਦੇ ਹਾਂ ਕਿ ਕਿਣਕਾ ਮਾਤਰ ਉਪਦੇਸ਼ ਮਾਲਕ ਦਾ ਜਿਹੜਾ ਹੈ ਸਾਡੇ ਹਿਰਦੇ ਵਿੱਚ ਵਸ ਜਾਵੇ। ਅਸੀਂ ਵੀ ਇਸ ਮਨੁੱਖਾ ਦੇਹੀ ਨੂੰ ਸਫਲ ਬਣਾ ਲਈਏ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ ਮੁਬਾਰਕ ਅੰਗ 855 ਅਤੇ 56 ਤੇ ਸੁਭਾਇਮਾਨ ਹੈ। ਭਗਤ ਜੀ ਨੇ ਇਸ ਪਾਵਨ ਪਵਿੱਤਰ ਬਚਨ ਦੇ ਰਾਹੀਂ ਰੱਬ ਗੁਰੂ ਅੱਗੇ ਤਰਲਾ ਲਿਆ ਹੈ, ਜੋ ਕਿ ਲਗਭਗ ਕਹਿ ਲੋ ਕਿ ਸਾਰਿਆਂ ਦੇ ਤਰਲਾ ਹੈ। ਅਸੀਂ ਵੀ ਕਰਦੇ ਹੋਵਾਂਗੇ। ਆਓ ਤਰਲਾ ਕਿਹੜਾ ਹੈ ਤੇ ਕਿਸ ਪ੍ਰਕਾਰ ਬੇਨਤੀ ਕੀਤੀ ਗਈ ਹੈ। ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਸਾਰਿਆਂ ਦਾ ਯਤਨ ਇਹ ਹੈ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਹੋ ਜਾਈਏ, ਜ਼ਿੰਦਗੀ ਆਨੰਦਮਈ ਬਣ ਜਾਵੇ ਤੇ ਹਰ ਇੱਕ ਮਨੁੱਖ ਸਕੂਨ ਲੱਭ ਰਿਹਾ ਹੈ। ਹਰ ਇੱਕ ਤੇ ਇਸ ਸਕੂਨ ਦੇ ਕਾਰਨ ਜਿਹੜਾ ਹੈ, ਇਸ ਮਨੁੱਖ ਨੇ ਬੜੇ ਯਤਨ ਕੀਤੇ ਨੇ ਕਿ ਮੇਰੀ ਝੋਲੀ ਵਿੱਚ ਕਿਤੇ ਨਾ ਕਿਤੇ ਸੁੱਖ ਆ ਜਾਵੇ। ਹੈ ਸਭ ਕੁਝ ਇਹਦੇ ਕੋਲ, ਘਰ ਵੀ ਚੰਗਾ ਹੈ, ਪਰਿਵਾਰ ਵੀ ਚੰਗਾ ਹੈ, ਕਾਰੋਬਾਰ ਵੀ ਠੀਕ ਹੈ, ਪੈਸਾ ਵੀ ਹੈ, ਇਹ ਨਹੀਂ ਕਿ ਮਨ ਪਸੰਦ ਹੈ। ਪਰ ਉਹ ਜਿਹੜਾ ਸਕੂਨ, ਉਹ ਜਿਹੜਾ ਕਹਿ ਲੋ ਆਤਮਕ ਆਨੰਦ, ਉਹ ਸੁੱਖ ਜਿਹੜਾ ਹੈ ਹੋਣਾ ਚਾਹੀਦਾ ਜ਼ਿੰਦਗੀ ਵਿੱਚ, ਉਹ ਕਿਤੇ ਨਾ ਕਿਤੇ ਲੱਭਦਾ ਨਹੀਂ। ਤੇ ਉਹਦੀ ਭਾਲ ਦੇ ਵਿੱਚ ਜਿਹੜਾ ਮਨੁੱਖ ਫਿਰ ਇੱਧਰ ਉੱਧਰ ਭਟਕਦਾ ਹੈ। ਕਿਸੇ ਨੇ ਦੱਸ ਪਾਈ ਕਿ ਬਹੁਤਾ ਪੈਸਾ ਹੋਵੇ ਤੇ ਸਕੂਨ ਮਿਲਦਾ ਹੈ, ਸੁੱਖ ਮਿਲਦਾ ਹੈ। ਬੰਦੇ ਨੇ ਉਹ ਵੀ ਇਕੱਠਾ ਕਰ ਲਿਆ, ਪਰ ਗੱਲ ਤਾਂ ਵੀ ਨਹੀਂ ਬਣੀ। ਕਿਸੇ ਨੇ ਕਿਹਾ ਕਿ ਆਪਣੇ ਮਨ ਨੂੰ ਜਿਹੜਾ ਨਾ ਮਨੋਰੰਜਨ ਦੇ ਲਈ ਕੁਝ ਨਾਟਕ ਚੇਟਕ ਜਿਹੜਾ ਹੈ ਉਸ ਤੋਂ ਕਰ ਲਿਆ ਕਰ, ਵੇਖ ਲਿਆ ਕਰ। ਚਲੋ ਇਹਨੇ ਉਹ ਵੀ ਸਾਧਨ ਲੈ ਆਏ ਹਰ ਇੱਕ ਘਰ ਦੇ ਵਿੱਚ, ਤੇ ਮਨੁੱਖ ਨੇ ਉਹ ਵੀ ਯਤਨ ਇੱਕ ਪ੍ਰਕਾਰ ਦਾ ਕਰ ਲਿਆ, ਪਰ ਸਕੂਨ ਜਿਹੜਾ ਮਿਲਣਾ ਚਾਹੀਦਾ ਸੀ, ਜੋ ਸੁੱਖ ਮਿਲਣਾ ਚਾਹੀਦਾ ਸੀ, ਉਹ ਉੱਥੇ ਵੀ ਨਹੀਂ ਮਿਲਿਆ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਕਿਸੇ ਨੇ ਦੱਸ ਪਈ, ਤੂੰ ਏਦਾਂ ਕਰ, ਆਪਣਾ ਘਰ ਛੱਡ ਦੇ, ਵਿਦੇਸ਼ ਚਲਾ ਜਾ, ਉੱਥੇ ਸਕੂਨ ਹੈ, ਉੱਥੇ ਸੁੱਖ ਹੈ।
ਪਰ ਉੱਥੇ ਲੱਭਾ ਵੀ ਨਹੀਂ ਜਿਸ ਭਾਲ ਦੇ ਵਿੱਚ ਗਿਆ ਸੀ। ਇਦਾਂ ਹੀ ਕਿਸੇ ਨੇ ਕਿਹਾ ਪਹਾੜਾਂ ਤੇ ਚਲੇ ਜਾਓ, ਕਿਸੇ ਨੇ ਕਿਹਾ ਜੰਗਲਾਂ ਵਿੱਚ ਚਲੇ ਜਾਓ, ਕਿਸੇ ਨੇ ਕਿਹਾ ਗ੍ਰਸਤੀ ਜੀਵਨ ਨੂੰ ਤਿਆਗ ਦਿਓ, ਕਿਸੇ ਨੇ ਕਿਹਾ ਭੋਜਨ ਤਿਆਗ ਦਿਓ, ਕਿਸੇ ਨੇ ਕਿਹਾ ਕੱਪੜਾ ਤਿਆਗ ਦਿਓ, ਕਿਸੇ ਨੇ ਕਿਹਾ ਅਸਲ ਦੇ ਵਿੱਚ ਜਿਹੜਾ ਹੈ ਆ ਜੋ ਵੀ ਹੈ ਸੰਸਾਰ ਦਾ ਜੋ ਦ੍ਰਿਸ਼ਟਮਾਨ ਹੈ ਉਹ ਸਭ ਕੁਝ ਛੱਡ ਦਿਓ, ਫਿਰ ਤੁਹਾਨੂੰ ਸਕੂਨ ਮਿਲ ਜਾਏਗਾ। ਪਰ ਅਗਲਾ ਜੰਗਲ ਵਿੱਚ ਵੀ ਗਿਆ, ਅੰਨ ਵੀ ਛੱਡਿਆ, ਵਸਤਰ ਵੀ ਪਾਉਣੇ ਛੱਡ ਦਿੱਤੇ, ਨਗਨ ਅਵਸਥਾ ਵਿੱਚ ਰਹਿਣ ਲੱਗ ਪਿਆ। ਸੁੱਖ ਉੱਥੇ ਵੀ ਨਹੀਂ ਮਿਲਿਆ ਜਿਹੜਾ ਸੁੱਖ ਮਿਲਣਾ ਚਾਹੀਦਾ ਹੈ। ਕਿੱਥੇ ਸੁੱਖ? ਬੜਾ ਪਿਆਰਾ ਬਚਨ ਹੈ ਮਾਲਕ ਦਾ, ਯਾਦ ਹੈ ਤੁਹਾਨੂੰ ਸਾਰਿਆਂ ਨੂੰ। ਸਤਿਗੁਰੂ ਜੀ ਕਹਿੰਦੇ ਸੁਖ ਨਾਹੀ ਬਹੁਤੇ ਤਨ ਖਾਟੇ। ਕਿਉਂਕਿ ਸਾਡੀ ਕਹਿ ਲਓ ਕਿ ਇੱਕ ਸੋਚ ਹੈ, ਇੱਕ ਵਿਚਾਰ ਹੈ, ਦੁਨੀਆ ਮੁਤਾਬਕ ਅਸੀਂ ਜਦੋਂ ਚੱਲਦੇ ਹਾਂ ਬਹੁਤਾ ਪੈਸਾ, ਫਿਰ ਸਾਡੇ ਕੋਲ ਸਕੂਨ ਹੈ, ਸਾਡੇ ਕੋਲ ਸੁੱਖ ਹੈ। ਮਾਲਕ ਨੇ ਇਸ ਪ੍ਰਥਾਏ ਏਦਾਂ ਵੀ ਬਚਨ ਕਹੇ ਨੇ ਕਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਭ੍ਰਮੰਤਾ, ਦੋਹੂੰ ਬਿਵਸਥਾ ਤੇਜੋ ਮੁਕਤਾ, ਸੋਈ ਸੁਹਿਲਾ ਪਾਲੀਐ। ਕੋਈ ਹੈ ਐਸਾ ਜੋ ਇਹਨਾਂ ਦੋਵਾਂ ਅਵਸਥਾਵਾਂ ਦੇ ਵਿੱਚ ਬਹੁਤਾ ਹੈ ਜਾਂ ਫਿਰ ਥੋੜਾ ਹੈ, ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਨਾ ਕਰਦਾ ਹੋਵੇ। ਗੁਰੂ ਮਹਾਰਾਜ ਜੀ ਕਹਿਣ ਲੱਗੇ ਇਹ ਸਭ ਕੁਝ ਕਰਕੇ ਦੇਖ ਲਿਆ। ਸੁਖ ਨਾਹੀ ਬਹੁਤੇ ਤਨ ਖਾਟੇ, ਸੁਖ ਨਾਹੀ ਭੇਖੈ ਨਿਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਈ। ਮੈਂ ਤੇ ਸੋਚਿਆ ਸੀ ਇਹਦੇ ਵਿੱਚ ਹੀ ਸੁੱਖ ਹੈ, ਪਰ ਮਿਲਿਆ ਨਹੀਂ। ਸਤਿਗੁਰੂ ਜੀ ਕਿੱਥੇ ਹੈ ਸੁੱਖ? ਸਰਬ ਸੁਖਾਂ ਹਰ ਹਰ ਗੁਣ ਗਾਏ। ਗੁਰੂ ਸਾਹਿਬ ਜੀ ਕਹਿੰਦੇ ਇੱਕ ਸੁੱਖ ਨਹੀਂ, ਸਰਬ ਸੁਖਾਂ। ਸਰਬ ਦਾ ਅਰਥ ਹੈ ਸਾਰੇ। ਸਾਰੇ ਸੁੱਖ ਵਾਹਿਗੁਰੂ ਦੇ ਨਾਮ ਦੇ ਵਿੱਚ ਨੇ। ਜੇ ਤੂੰ ਜਪੇ ਥੋੜੇ ਵਿੱਚ ਵੀ ਖੁਸ਼ ਰਹਿ ਸਕਦਾ ਤੇ ਬਹੁਤੇ ਵਿੱਚ ਵੀ ਸੁਖੀ ਰਹਿ ਸਕਦਾ। ਜੇ ਤੂੰ ਜਪ ਲਵੇ ਸੰਤੁਸ਼ਟੀ ਤੇ ਹੋਣੀ ਨਹੀਂ ਮਨ, ਜਿੰਨਾ ਮਰਜ਼ੀ ਆ ਜਾਏ। ਪਰ ਇਹ ਵੀ ਸਾਨੂੰ ਪਤਾ ਹੈ ਅਸੀਂ ਖਾਣੀਆਂ ਦੋ ਹੀ ਰੋਟੀਆਂ, ਸਾਨੂੰ ਇਹ ਵੀ ਪਤਾ ਹੈ। ਪਰ ਚਿੰਤਾ ਇੰਨੀ ਪਾਲ ਕੇ ਮਨੁੱਖ ਬੈਠਾ ਹੋਇਆ ਹੈ, ਇਹਦੀ ਸੁਰਤ ਫਿਰ ਰੱਬ ਵਾਲੇ ਪਾਸੇ ਜੁੜਦੀ ਨਹੀਂ। ਇਹੋ ਕਾਰਨ ਭਗਤ ਕਬੀਰ ਜੀ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ, ਘਰ ਨੂੰ ਛੱਡਦਾ, ਗ੍ਰਸਤੀ ਮਾਰਗ ਛੱਡਦਾ, ਜੰਗਲਾਂ ਨੂੰ ਚਲੇ ਜਾਈਏ। ਭਗਤ ਜੀ ਕਹਿਣ ਲੱਗੇ ਭਾਵੇਂ ਚੁੰਨ ਖਾਈਐ ਕੰਧਾ। ਕਈ ਕਹਿੰਦੇ ਅੰਨ ਤੋਂ ਵਿਕਾਰ ਪੈਦਾ ਹੁੰਦੇ ਨੇ, ਅਸੀਂ ਅੰਨ ਨਹੀਂ ਖਾਂਦੇ ਜੀ। ਤੇ ਉਹ ਕੰਧ ਮੂਲ ਭਾਵ ਜਿਹੜਾ ਮੂਲੀ ਗਾਜਰ ਆਦਿ ਜੋ ਵੀ ਜ਼ਮੀਨ ਦੇ ਵਿੱਚੋਂ ਪੈਦਾ ਹੁੰਦਾ ਉਹਨੂੰ ਖਾਣ ਲੱਗ ਪਏ, ਕੀ ਹੋਏਗਾ? ਜਿਸ ਵਾਸਤੇ ਗਏ ਸੀ ਭਗਤ ਜੀ ਕਹਿੰਦੇ ਅਜਹੂ ਵਿਕਾਰ ਨ ਛੋੜਈ, ਪਾਪੀ ਮਨ ਮੰਦਾ। ਵਿਕਾਰ ਹਾਲੇ ਵੀ ਇਸ ਮਨ ਨੇ ਛੱਡੇ। ਇਹ ਭਾਵੇਂ ਘਰੇ ਬੈਠਾ ਸੀ, ਭਾਵੇਂ ਜੰਗਲ ਵਿੱਚ ਬੈਠਾ ਸੀ, ਪਰ ਜਿਸ ਚੀਜ਼ ਨੂੰ ਤਿਆਗਣਾ ਸੀ ਉਹ ਤੇ ਤਿਆਗੀ ਨਹੀਂ, ਉਹ ਤੇ ਵਿਕਾਰ ਨਾਲ ਹੀ ਰਹੇ। ਕੀ ਲਾਭ ਹੋਇਆ? ਸਕੂਨ ਚਾਹੁੰਦਾ ਹੈ, ਆਤਮਿਕ ਸੁੱਖ ਚਾਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ, ਸੇਵਾ ਵਿੱਚ, ਸਿਮਰਨ ਵਿੱਚ ਬਹੁਤ ਸਕੂਨ ਹੈ। ਤਰਲਾ ਲਈਏ ਕਿਉਂ ਛੂਟੋਂ ਕੈਸੇ ਤਰੋਂ। ਮਾਲਕ ਜੀ ਵਿਸ਼ੇ ਵਿਕਾਰਾਂ ਵਿੱਚ ਫਸਿਆ ਹੋਇਆ ਮੈਂ, ਕਿਵੇਂ ਛੁੱਟਾਂ? ਇਹ ਸੰਸਾਰ ਸਮੁੰਦਰ ਬੜਾ ਵੱਡਾ ਹੈ, ਇਹਦੇ ਵਿੱਚ ਮੈਂ ਕਿਵੇਂ ਤਰ ਸਕਦਾ? ਮੈਨੂੰ ਤਾਂ ਤਰਨਾ ਵੀ ਨਹੀਂ ਆਉਂਦਾ। ਇਹ ਤਰਲਾ ਹੈ, ਅਸੀਂ ਕਹਿ ਲਓ ਐਕਸੈਪਟ ਕਰ ਰਹੇ ਹਾਂ। ਸਾਡੇ ਵੱਸ ਦੀ ਗੱਲ ਨਹੀਂ ਕਿ ਅਸੀਂ ਵਿਕਾਰਾਂ ਤੋਂ ਛੁੱਟ ਸਕੀਏ। ਆਪ ਵੀ ਕੁਝ ਕਿਰਪਾ ਕਰੋ। ਕਿਉਂ ਛੂਟੋਂ ਕੈਸੇ ਤਰੋਂ, ਭਵ ਜਲ ਨਿਧ ਭਾਰੀ। ਰਾਖ ਰਾਖ ਮੇਰੇ ਬੀਠੁਲਾ, ਜਨ ਸ਼ਰਨ ਤੁਮਾਰੀ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ,
ਆਪ ਕਿਰਪਾ ਕਰਕੇ ਸਾਨੂੰ ਨਾ ਬਖਸ਼ ਲਓ, ਵਿਕਾਰਾਂ ਤੋਂ ਬਚਾ ਲਓ। ਸਾਡੇ ਵਾਸ ਦੀ ਗੱਲ ਨਹੀਂ, ਅਸੀਂ ਇਹਨਾਂ ਤੋਂ ਛੁੱਟ ਸਕੀਏ। ਨਹੀਂ ਛੱਡਣਗੇ, ਖਿੰਨ ਵਿੱਚ ਆ ਜਾਂਦੇ, ਅੱਖ ਮੀਟੋ ਉਸੇ ਵੇਲੇ ਵਿਕਾਰ ਆ ਗਏ। ਭਾਵ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਇਹ ਜਿਹੜਾ ਆਪਣਾ ਪ੍ਰਭਾਵ ਪਾ ਕੇ ਚਲੇ ਜਾਂਦੇ ਨੇ, ਕਿੱਥੇ ਛੁੱਟਾਂਗੇ। ਰਹਾਉ ਬਿਖੈ ਬਿਖੈ ਕੀ ਬਾਸਨਾ ਤਜੀ ਨ ਜਾਈ। ਬੜੇ ਚਸਕੇ ਨੇ, ਬੜੇ ਵਿਸ਼ੇ ਵਿਕਾਰਾਂ ਦੇ ਚਸਕੇ ਮਨ ਭੋਗ ਰਹੇ, ਬੜੇ ਰਸਾਂ ਕਸਾਂ ਵਿੱਚ ਫਸਿਆ ਹੋਇਆ। ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਬੜਾ ਯਤਨ ਕਰੀਦਾ ਰੋਕਣ ਦਾ ਇਹਨੂੰ, ਪਰ ਮਨ ਰੁਕਦਾ ਹੀ ਨਹੀਂ। ਇਹ ਮੁੜ ਮੁੜ ਕੇ ਫਿਰ ਲਪਟਾਈ, ਮੁੜ ਮੁੜ ਕੇ ਉਧਰ ਚੰਬੜਦਾ ਜਾ ਕੇ, ਵਿਕਾਰਾਂ ਨੂੰ ਪੈਂਦਾ ਜਾ ਕੇ, ਭੋਗਣਾ ਚਾਹੁੰਦਾ ਹੈ ਉਹਨਾਂ ਨੂੰ। ਸਤਿਗੁਰੂ ਜੀ ਕਹਿੰਦੇ, ਭਗਤ ਜੀ ਕਹਿੰਦੇ, ਏਦਾਂ ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਗਈ। ਜਰਾ ਜੀਵਨ ਜੋ ਬਨ ਗਿਆ, ਬੁਢੇਪਾ ਆ ਗਿਆ। ਜਰਾ ਬੁਢੇਪਾ, ਬੁਢੇਪਾ ਆ ਗਿਆ, ਜੋ ਬਨ ਗਿਆ, ਜਵਾਨੀ ਚਲੇ ਗਈ। ਕਿਛ ਕੀਆ ਨ ਨੀਕਾ, ਨੀਕਾ ਦਾ ਅਰਥ ਚੰਗਾ, ਕੋਈ ਚੰਗਾ ਕੰਮ ਕੀਤਾ ਹੀ ਨਹੀਂ। ਇਹ ਜੀਅਰਾ ਨਿਰਮੋਲਕੋ ਕੌਡੀ ਲਗ ਮੀਕਾ। ਬੜਾ ਅਮੋਲਕ ਜੀਵਨ ਮਿਲਿਆ ਤੇ ਭਗਤ ਜੀ ਕਹਿਣ ਲੱਗੇ, ਕੌਡੀਆਂ ਦੇ ਭਾਅ ਇਹ ਵੇਚ ਰਿਹਾ। ਬੜਾ ਅਮੋਲਕ ਸੀ, ਇਹਦਾ ਕੋਈ ਮੁੱਲ ਹੀ ਨਹੀਂ ਸੀ ਜੀਵਨ ਦਾ, ਪਰ ਇਹ ਕੌਡੀਆਂ ਦੇ ਭਾਅ ਚਲਾ ਗਿਆ। ਭਾਵ ਕਿਸੇ ਵੀ ਕਹਿ ਲੋ ਕਿ ਲੇਖੇ ਵਿੱਚ ਨਹੀਂ ਲੱਗਾ, ਜਿਵੇਂ ਆਇਆ ਸੀ ਉਵੇਂ ਚਲਾ ਗਿਆ, ਫਿਰ ਜੂਨਾਂ ਵਿੱਚ ਭਟਕਦਾ ਰਿਹਾ। ਭਗਤ ਜੀ ਅਖੀਰ ਵਿੱਚ ਬੇਨਤੀ ਕਰਦੇ ਨੇ, ਰੱਬ ਜੀ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। हे ਮੇਰੇ ਪ੍ਰਮਾਤਮਾ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਹਰ ਪਾਸੇ ਹੈ, ਮੇਰੇ ਵਿੱਚ ਵੀ ਹੈ, ਕਾਇਨਾਤ ਵਿੱਚ ਵੀ ਹੈ, ਹਰ ਪਾਸੇ ਤੂੰ ਸਮਾਇਆ ਹੋਇਆ ਹੈ, ਵਿਆਪ ਰਿਹਾ। ਤੁਮ ਸੰਸਰ ਨਾਹੀ ਦਇਆਲ। ਤੇਰੇ ਬਰਾਬਰ, ਸੰਸਰ ਦਾ ਅਰਥ ਹੈ ਬਰਾਬਰ ਜਾਂ ਤੇਰੇ ਵਰਗਾ, ਤੇਰੇ ਵਰਗਾ ਜਾਂ ਤੇਰੇ ਬਰਾਬਰ ਹੋਰ ਕੋਈ ਦਿਆਲੂ ਨਹੀਂ ਹੈ। ਇਸ ਕਰਕੇ ਮੈਂ ਸਾਰੀ ਬਿਰਥਾ ਆਪਣੀ ਨਾ, ਸਾਰੇ ਹਾਲਾਤ ਆਪਣੇ ਅੰਦਰ ਦੇ ਤੇਰੇ ਅੱਗੇ ਬਿਆਨ ਕੀਤੇ ਨੇ, ਕਿਉਂਕਿ ਮੈਨੂੰ ਪਤਾ ਹੈ ਤੂੰ ਦਿਆਲੂ ਹੈ ਤੇ ਮੈਂ ਬਹੁਤ ਵੱਡਾ ਪਾਪੀ ਹਾਂ। ਤੁਮ ਸੰਸਰ ਨਾਹੀ ਦਇਆਲ ਮੋਹਿ ਸੰਸਰ ਪਾਪੀ। ਮੇਰੇ ਵਰਗਾ ਪਾਪੀ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈਗਾ, ਤੇ ਇਸ ਕਰਕੇ ਤੁਹਾਡੇ ਅੱਗੇ ਤਰਲਾ ਹੈ। ਸਤਿਗੁਰੂ ਜੀ ਆਪਣੀ ਗੋਦ ਵਿੱਚ ਬਿਠਾਉਂਦੇ ਹੋ ਤੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਵੀ ਸਮਝੀਏ ਕਿ ਸਤਿਗੁਰੂ ਜੀ ਰੋਜ਼ਾਨਾ ਸਾਡੇ ਅੰਦਰ ਖਿੱਚ ਪਾ ਕੇ ਸਾਨੂੰ ਆਪਣੇ ਕੋਲ ਬਿਠਾਉਂਦੇ ਨੇ। ਕਿਸੇ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦਾ दुनिया के शहनशाहों बादशाहों से तेरी तस्वीर अच्छी है, मुझको तुझसा मिला मुर्शिद मेरी तकदीर अच्छी है। मेरे भाग चंगे ने, मेरी तकदीर चंगी है जो तुसी अपने चरनां दे नाल जोड़े है। रोज उपदेश दिंदे हो, रोज सिक्ख्या दिंदे हो, किते ना किते जिहड़ा है ये शुभ गुण साडे अंदर वसणगे ते असीं जिहड़ा है अपने लोक ते परलोक नूं सुखी बनावांगे। गुरु किरपा करे बचन हिरदियां विच वसण जी, बेअंत भुलां दी खिमा। वाहिगुरू जी का खालसा, वाहिगुरू जी की फतेह।